ਜ਼ਾਬਰ ਦੀਆਂ ਜ਼ੰਜੀਰਾਂ ਦੀ ਜਕੜਨ ਟੁੱਟ ਜਾਂਦੀ ਹੈ। ਜ਼ਾਬਰ ਦੀਆਂ ਜੰਜੀਰਾਂ ਦੀ ਜਕੜਨ ਟੁੱਟ ਜਾਂਦੀ ਹੈ। ਰੂਪ ਧਾਰਦੀਆਂ ਲਹਿਰਾਂ ਜਦ ਮੂੰਹ ਜ਼ੋਰ ਤੂਫਾਨਾਂ ਦੇ। ਜ਼ਾਲਮ ਤੇ ਹੰਕਾਰੀ ਹਾਕਮ ਵੀ ਝੁਕ ਜਾਂਦੇ ਨੇ। ਰੋਹ ਹੁੰਦੇ ਪ੍ਰਚੰਡ ਜਦੋਂ ਮਜ਼ਦੂਰ ਕਿਸਾਨਾਂ ਦੇ। ਤੁਹਾਡਾ ਏਕਾ ਹੈ ਜਾਮਨ ਤਕਦੀਰ ਤੁਹਾਡੀ ਦਾ, ਕਿਉਂ ਆਸਰੇ ਭਾਲੋਂ ਜੁਮਲੇ ਬਾਜ ਸ਼ੈਤਾਨਾਂ ਦੇ। ਚਟਾਨਾਂ ਦੇ ਵਿੱਚ ਹਿੰਮਤ ਹੈ ਨਹੀਂ ਰਸਤੇ ਰੋਕਣ ਦੀ, ਲੋਕ ਹਿੱਤਾਂ ਲਈ ਉੱਠਦੇ ਸੋਢੀ ਲਾਲ ਤੂਫਾਨਾਂ ਦੇ। ਲਾਲ ਝੰਡੀ ਦੇ ਨਾਲ ਭਾਜਪਾ ਸਰਕਾਰ ਦਾ ਹਮੇਸ਼ਾ 36 ਦਾ ਅੰਕੜਾ ਰਿਹਾ ਔਰ ਕਿਸਾਨੀ ਅੰਦੋਲਨ ਦੇ ਲਈ ਵੀ ਜ਼ਿੰਮੇਵਾਰ ਮੰਨਿਆ ਜਾ ਰਿਹਾ ਹੈ ਕਿ ਕਮਿਊਨਿਸਟ ਵਿਚਾਰਧਾਰਾ ਜਿਹੜੀ ਹੈ ਇਸ ਨੂੰ ਸਪੋਰਟ ਕਰ ਰਹੀ ਹੈ, ਇਸ ਅੰਦੋਲਨ ਨੂੰ ਭੜਕਾ ਰਹੀ ਹੈ। ਦੇਖੋ ਬੀਜੇਪੀ ਜਿਹੜੀ ਹੈਗੀ ਹੈ ਉਹਦਾ ਤਾਂ ਰਾਈਟ ਬਣਦਾ ਇਹ ਵੀ ਇਹ ਕਹਿਣਾ ਵੀ ਇਹ ਜਿਹੜੀ ਖੱਬੇ ਪੱਖੀ ਸ਼ਕਤੀਆਂ ਨੇ ਕੁਲ ਹਿੰਦ ਕਿਸਾਨ ਸਭਾ ਹੈ ਜਾਂ CPM ਹੈ ਜਾਂ ਖੱਬੀਆਂ ਪਾਰਟੀਆਂ ਨੇ ਉਹ ਭੜਕਾਹਟ ਪੈਦਾ ਕਰਦੀਆਂ ਨੇ। ਪਰ ਇਹ ਇੱਕ ਸੱਚਾਈ ਹੈ ਕਿ ਜਦੋਂ ਕਦੇ ਵੀ ਲੋਕਾਂ ਦੇ ਨਾਲ ਧੱਕਾ ਹੋਇਆ ਉਦੋਂ ਲੈਫਟ ਫਰੰਟ ਜਿਹੜਾ ਹੈਗਾ ਖੱਬੀਆਂ ਪਾਰਟੀਆਂ ਹੈਗੀਆਂ ਨੇ ਮੁਰਲੀ ਕਤਾਰ 'ਚ ਹੋ ਕੇ ਲੜੀਆਂ ਨੇ। ਮੋਦੀ ਦੀ ਸਰਕਾਰ ਇਹਨਾਂ ਕਾਨੂੰਨਾਂ ਨੂੰ ਵਾਪਸ ਨਹੀਂ ਲਊਗੀ ਉਹਨਾਂ ਚਿਰ ਤੱਕ ਭਾਵੇਂ ਜਿੰਨੀ ਮਰਜ਼ੀ ਕਠਿਨਾਈਆਂ ਦਾ ਸਾਹਮਣਾ ਕਰਨਾ ਪਵੇ, ਸ਼ਹੀਦੀਆਂ ਪ੍ਰਾਪਤ ਕਰਨੀਆਂ ਪੈਣ, ਇਹ ਲੜਾਈ ਉਦੋਂ ਤੱਕ ਜਾਰੀ ਰਹੂਗੀ ਜਦੋਂ ਤੱਕ ਇਹ ਕਾਲੇ ਕਾਨੂੰਨ ਵਾਪਸ ਨਹੀਂ ਲਏ ਜਾਂਦੇ ਔਰ ਨਾਲ ਇਸ ਗੱਲ ਦੀ ਗਰੰਟੀ ਨਹੀਂ ਕੀਤੀ ਜਾਂਦੀ ਕਿ ਜਿਹੜੀ ਸਪੋਰਟ ਪ੍ਰਾਈਜ਼ ਹੈ ਉਹ ਗਰੰਟਡ ਹੋਊਗੀ, ਉਦੋਂ ਤੱਕ ਜਿਹੜਾ ਸੰਘਰਸ਼ ਜਾਰੀ ਹੋਊਗਾ। 7 ਮਹੀਨੇ ਦਾ ਵਕਫਾ ਹੋ ਚੁੱਕਾ ਹੈ ਕਿ ਸਰਕਾਰ ਨੇ ਚੁੱਪ ਵੱਟੀ ਹੋਈ ਹੈ। ਕਿਤੇ ਇਹ ਵੇਖਿਆ ਜਾ ਰਿਹਾ ਹੈ ਕਿ ਕੋਈ ਗੱਲ ਨਹੀਂ, ਆਪਣੇ ਆਪ ਮੁੜ ਜਾਣਗੇ ਘਰਾਂ ਨੂੰ ਵਾਪਸ। ਹੁਣ ਸਰਕਾਰ ਦੀ ਚੁੱਪ ਨੂੰ ਕਿਸ ਤਰੀਕੇ ਦੇ ਨਾਲ ਤੋੜੋਗੇ? ਗੱਲ ਇੱਦਾਂ ਜੀ ਵੀ ਉਹ ਇਹ ਚਾਹੁੰਦੇ ਆ ਵੀ ਜੇ ਇਹਨਾਂ ਨੂੰ ਨਹੀਂ ਬੁਲਾਇਆ ਜਾਂ ਕਿਸੇ ਵੀ ਕਮੇਟੀ ਨੂੰ ਬੁਲਾਇਆ ਨਾ ਸੱਦਾ ਨਾ ਦਿੱਤਾ ਵੀ ਇਹ ਸ਼ਾਇਦ ਇਹ ਚਲੇ ਜਾਣਗੇ। ਪਰ ਇਹਨਾਂ ਨੂੰ ਇਹ ਨਹੀਂ ਪਤਾ ਜਿਹੜਾ ਇੱਕ ਸੰਯੁਕਤ ਮੋਰਚਾ ਬਣਿਆ ਹੈ ਇਹ ਸਾਰਿਆਂ ਨੂੰ ਇਕੱਠਾ ਕਰਕੇ ਬਣਿਆ ਹੈ। ਇਹ ਛੋਟੇ ਤੋਂ ਲੈ ਕੇ ਵੱਡੇ ਲੀਡਰ ਇਹਦੇ ਸਾਰੇ ਕਿਸਾਨ ਸਾਰੇ ਭਰਾ ਇਕੱਠੇ ਹੋ ਕੇ ਸੰਘਰਸ਼ ਤੇ ਬੈਠੇ ਹੈ। ਚਾਰੇ ਦਿਸ਼ਾਵਾਂ 'ਚ ਇੱਕੋ ਇੱਕ ਬਾਰਡਰਾਂ ਤੇ ਬੈਠੇ ਹੈ। ਪਰ ਇਹ ਸਾਡੀ ਕੌਮ ਇੱਦਾਂ ਦੀ ਹੈ ਵੀ ਅਸੀਂ ਸੰਘਰਸ਼ ਜਿੱਤ ਕੇ ਹੀ ਜਾਣਾ ਹੈ, ਚਾਹੇ ਉਹ ਜੋ ਮਰਜ਼ੀ ਕਰਨ, ਬੁਲਾਉਣ ਚਾਹੇ ਨਾ ਬੁਲਾਉਣ, ਇੱਕ ਦਿਨ ਉਹਨੂੰ ਸਾਡੇ ਅੱਗੇ ਝੁਕਣਾ ਹੀ ਪਊ। ਕਰਨਾਲ ਦੇ ਅੰਦਰ ਲਾਠੀ ਚਾਰਜ ਕੀਤਾ, ਇੱਕ ਕਿਸਾਨ ਦੀ ਮੌਤ ਵੀ ਹੋਈ ਔਰ ਉਹਦੇ 'ਚ ਕਾਫੀ ਜਿਹੜੇ ਗੰਭੀਰ ਸੱਟਾਂ ਵੀ ਲੱਗੀਆਂ ਸੀ। ਉਸ ਤੋਂ ਅਗਲੇ ਦਿਨ ਹੀ ਜਿਹੜਾ ਕਰਨਾਲ ਦੇ ਅੰਦਰ ਹੁਣ ਮੋਰਚਾ ਲੱਗਿਆ ਹੋਇਆ, ਉਸ ਮੋਰਚੇ ਤੋਂ ਡਰਦਿਆਂ ਇੱਕ ਦਿਨ ਦੇ ਵਿੱਚ ਲਗਾਤਾਰ 3 ਮੀਟਿੰਗਾਂ ਕੀਤੀਆਂ ਨੇ। ਇਹ ਕੋਈ ਛੋਟੀ ਗੱਲ ਨਹੀਂ ਹੈਗੀ ਕਿਉਂਕਿ ਸਰਕਾਰ ਕਿਤੇ ਨਾ ਕਿਤੇ ਸਿਰਫ ਇਹ ਸੋਚਦੀ ਹੈ ਈਗੋ ਪ੍ਰੋਬਲਮ ਜਿਹੜੀ ਹੈ ਉਹਨਾਂ ਨੂੰ ਹੋਵੇ, ਇੱਕ ਹੰਕਾਰ ਉਹਨਾਂ ਦਾ ਜਾਂ ਘਮੰਡ ਹੈ ਉਹਨਾਂ ਨੂੰ ਹੋਇਆ ਉਸ ਘਮੰਡ ਕਰਕੇ ਉਹ ਨਹੀਂ ਪਿੱਛਾ ਹਟਣਾ ਚਾਹੁੰਦੇ। ਆਖਰ ਜਿਹੜਾ ਕਿ ਉਹਨਾਂ ਦਾ ਚਾਰਾ ਨਹੀਂ ਚੱਲਣਾ। 2022 ਆ ਰਿਹਾ, ਕਿਸਾਨਾਂ ਨੇ ਮਿਸ਼ਨ ਮਿਥ ਲਿਆ। ਉਸ ਮਿਸ਼ਨ ਦੇ ਨਾਲ ਜਦੋਂ ਯੂਪੀ ਪੰਜਾਬ ਤਾਂ ਗਿਆ ਬਈ ਹੈ, ਉੱਤਰਾਖੰਡ ਵੀ ਜਾਣਾ ਹੈ, ਉਸ ਤੋਂ ਬਾਅਦ ਇਹਨਾਂ ਨੂੰ ਇਹ ਸੋਝੀ ਆਉਣੀ ਹੈ ਵੀ ਹੁਣ ਕੋਈ ਚਾਰਾ ਨਹੀਂ ਹੈਗਾ, ਇਹਨਾਂ ਨਾਲ ਗੱਲ ਵੀ ਕਰਨੀ ਪੈਣੀ ਹੈ ਔਰ ਇਹਨਾਂ ਨਾਲ ਹੀ ਗੱਲ ਮੰਨਣੀ ਪੈਣੀ ਹੈ। ਕਿਤੇ ਨਾ ਕਿਤੇ ਹੁਣ ਕਿਸਾਨੀ ਸੰਘਰਸ਼ ਦੇ ਵਿੱਚ ਲੱਗਦਾ ਹੈ ਕਿਉਂਕਿ ਜਿਸ ਤਰੀਕੇ ਨਾਲ ਸਾਰੇ ਇਕੱਠੇ ਹੋਏ ਨੇ, ਸਾਰੇ ਧਰਮ ਇਕੱਠੇ ਹੋਏ ਨੇ ਕਿ ਜਿਹੜੀ ਧਰਮ ਤੇ ਜਾਤੀ ਦੀ ਰਾਜਨੀਤੀ ਹੈ ਇਸ ਤੇ ਵੀ ਬਹੁਤ ਵੱਡੀ ਸੱਟ ਕਿਸਾਨੀ ਅੰਦੋਲਨ ਦੇ ਵੱਲੋਂ ਮਾਰੀ ਜਾਏਗੀ। ਦੇਖੋ ਜਿਹੜੀ ਜਾਤੀ ਦੀ ਲੜਾਈ ਹੈ ਉਹ ਖਾਸ ਕਰਕੇ ਜਿਹੜੀ ਹੈ ਬੁਰਜੁਆਈ ਧਿਰਾਂ ਨੇ, ਭਾਵੇਂ ਉਹ BJP ਹੈ, ਉਹ ਹੀ ਪੈਦਾ ਕਰਨ ਦਾ ਯਤਨ ਕਰਦੀਆਂ ਨੇ। ਜਿਵੇਂ ਉਹ ਸੰਵਿਧਾਨ ਨੂੰ ਤੋੜ ਮਰੋੜ ਕੇ ਸੰਵਿਧਾਨ ਦੇ ਵਿੱਚ ਸੋਧਾਂ ਕਰਕੇ ਸੰਵਿਧਾਨ ਦਾ ਨੁਕਸਾਨ ਕਰਕੇ ਸੰਵਿਧਾਨ 'ਤੇ ਹਮਲੇ ਹੋ ਹੀ ਰਹੇ ਹਨ। ਈਵਨ ਸੁਪਰੀਮ ਕੋਰਟ ਦੇ ਜੱਜਾਂ ਨੂੰ ਵੀ ਹੈਰ ਕੀਤਾ ਜਾ ਰਿਹਾ, ਉਹਨਾਂ ਤੋਂ ਆਪਣੀ ਮਰਜ਼ੀ ਦੇ ਫੈਸਲੇ ਕਰਵਾਏ ਜਾ ਰਹੇ ਨੇ। ਜਿਵੇਂ ਅਯੁੱਧਿਆ ਦਾ ਫੈਸਲਾ ਕਰਵਾਇਆ ਗਿਆ ਕਿਉਂਕਿ ਆਮ ਜਿਹੜੀ ਜਨਤਾ ਸੀ, ਭਾਵੇਂ ਉਹ ਮੁਸਲਮਾਨ ਸੀ ਹਿੰਦੂ ਸੀ, ਉਹਨਾਂ 'ਚ ਇੰਨਾ ਫਰਕ ਨਹੀਂ ਸੀ। ਇਹ ਜਿਹੜੀ BJP ਦਾ ਸੋਚ ਹੈਗੀ ਹੈ, BJP ਦੀ ਸੋਚ ਹੈਗੀ ਹੈ ਲੋਕਾਂ ਨੂੰ ਪਾੜ ਕੇ ਆਪਣੀ ਰਾਜਗੱਦੀ ਨੂੰ ਧਰਮ ਦੇ ਨਾਂ 'ਤੇ ਲਾ ਕੇ ਉਹ ਹਿੰਦੂ ਰਾਸ਼ਟਰ ਦਾ ਜਿਹੜਾ ਨਾਅਰਾ ਦੇ ਕੇ ਉਹਦੇ ਨਾਲ ਜਿਹੜਾ ਹੈਗਾ ਆਪਣੀ ਰਾਜਗੱਦੀ ਕਾਇਮ ਕਰਨਾ ਚਾਹੁੰਦੀ ਹੈ। ਕੋਰੋਨਾ ਦੀ ਆੜ ਦੇ ਵਿੱਚ ਮੁਸਲਮਾਨਾਂ 'ਤੇ ਹਮਲੇ ਕੀਤੇ ਗਏ। ਫਿਰ ਉਸ ਤੋਂ ਬਾਅਦ ਹਜੂਰ ਸਾਹਿਬ ਤੋਂ ਜਿਹੜੇ ਵਾਪਸ ਆ ਰਹੀ ਸੀ ਸ਼ਰਧਾਲੂ, ਉਹਨਾਂ 'ਤੇ ਲਾਉਣ ਦਾ ਯਤਨ ਕੀਤਾ ਗਿਆ ਵੀ ਇਹ ਸਿੱਖਾਂ ਕਰਕੇ ਜਿਹੜਾ ਕਿ ਹੋਰ ਹੈ। ਇਹ ਕੋਈ ਕਰੋਨਾ ਕੋਈ ਇਹੋ ਜਿਹੀ ਚੀਜ਼ ਜਿਹੜੀ ਜੇਬ 'ਚ ਪਾਈ ਵੀ ਸੀ, ਮੈਂ ਇਹਨਾਂ ਦੇ ਹੱਥ ਲਾਦਾ ਇਹਨਾਂ ਨੂੰ ਫੈਲ ਜੂ, ਇਸ ਤਰ੍ਹਾਂ ਦਾ ਹੈ ਨਹੀਂ ਸੀ। ਕਿਉਂਕਿ ਮੁਸਲਮਾਨਾਂ 'ਤੇ ਹੋਰ ਸਿੱਖਾਂ 'ਤੇ ਵੀ ਇਸ ਤਰ੍ਹਾਂ ਦਾ ਲਾਉਣ ਦਾ ਯਤਨ ਕੀਤਾ ਗਿਆ। ਲੋਕਾਂ ਦਾ ਜਿਹੜਾ ਭਾਈਚਾਰਾ ਉਸ ਨੂੰ ਤੋੜਨ ਦਾ ਯਤਨ ਪੂਰਾ ਕੀਤਾ ਗਿਆ। ਪਰ ਲੋਕ ਪਿਛਲੇ ਸਮੇਂ ਤੋਂ ਹੀ
ਭਾਵੇਂ ਪੰਜਾਬ ਦੇ ਅੰਦਰ ਇੱਕ ਲਹਿਰ ਚੱਲਦੀ ਰਹੀ ਹੈ, ਉਸ ਲਹਿਰ ਦੇ ਵਿੱਚ ਵੀ ਤੇ ਹੁਣ ਵੀ ਲੋਕਾਂ ਨੇ ਜਿਹੜਾ ਆਪਣਾ ਭਾਈਚਾਰਾ ਬਿਲਕੁਲ ਕਾਇਮ ਰੱਖਿਆ। ਸਤਿ ਸ਼੍ਰੀ ਅਕਾਲ। ਪੰਜਾਬ ਸਟਾਰ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਕਮਲਰੀਤ ਕੌਰ। 26 ਨਵੰਬਰ 2020 ਸਭ ਨੂੰ ਯਾਦ ਹੋਏਗਾ, ਜਿਸ ਦਿਨ ਕਿਸਾਨੀ ਦੇ ਭਾਰੇ ਇਕੱਠ ਨੇ ਦਿੱਲੀ ਦੀਆਂ ਸਰਹੱਦਾਂ ਮੱਲੀਆਂ। ਹਰੇਕ ਔਕੜ, ਹਰੇਕ ਬੈਰੀਕੇਡ, ਹਰੇਕ ਹੱਥ ਕੰਡੇ ਨੂੰ ਫੇਲ ਕੀਤਾ। ਭਾਜਪਾ ਸਰਕਾਰ ਨੇ ਰੋਕਣ ਦੇ ਲਈ ਜੋ ਬਾਧਾਵਾਂ ਲਾਈਆਂ, ਉਹਨਾਂ ਨੂੰ ਦਰਕਿਨਾਰ ਕਰਦੇ ਹੋਏ ਕਿਸਾਨ ਦਿੱਲੀ ਦੀਆਂ ਸਰਹੱਦਾਂ ਤੇ ਪਹੁੰਚੇ ਤੇ 9 ਮਹੀਨੇ ਦਾ ਸਮਾਂ ਵੀ ਉਸ ਸਰਹੱਦਾਂ ਦੇ ਉੱਤੇ ਬੀਤ ਚੁੱਕਾ ਹੈ, ਪਰ ਸੰਘਰਸ਼ ਅੱਜ ਵੀ ਜਿਉਂ ਦਾ ਤਿਉਂ ਬਰਕਰਾਰ ਹੈ। ਉਤਾਰਾਂ ਚੜਾਵਾਂ ਦੇ ਨਾਲ ਬੇਸ਼ੱਕ ਇਸ ਅੰਦੋਲਨ ਦੇ ਰੰਗ ਕਈ ਵਾਰ ਫਿੱਕੇ ਪਏ ਹੋਣ, ਪਰ ਕੁਝ ਦੇਰ ਦੀ ਚੁੱਪ ਨੇ, ਕੁਝ ਦੇਰ ਦੇ ਉਤਾਰਾਂ ਚੜਾਵਾਂ ਨੇ ਇਸ ਅੰਦੋਲਨ ਨੂੰ ਫਿਰ ਤੋਂ ਦੁਬਾਰਾ ਸਿਖਰਾਂ ਤੇ ਕੀਤਾ ਤੇ ਅੱਜ ਵੀ ਕਿਸਾਨੀ ਆਗੂਆਂ ਦੀ, ਕਿਸਾਨ ਜਥੇਬੰਦੀਆਂ ਦੀ ਸੂਝ-ਬੂਝ ਦੇ ਨਾਲ ਇਹ ਸੰਘਰਸ਼ ਚੱਲ ਰਿਹਾ ਹੈ। ਵੱਖ-ਵੱਖ ਰੰਗ ਅਸੀਂ ਅੰਦੋਲਨ ਦੇ ਵਿੱਚ ਹਮੇਸ਼ਾ ਤੁਹਾਨੂੰ ਵਿਖਾਉਂਦੇ ਰਹੇ ਹਾਂ, ਵੱਖ-ਵੱਖ ਵਿਚਾਰਧਾਵਾਂ, ਧਾਰਾਵਾਂ ਤੁਹਾਨੂੰ ਵਿਖਾਉਂਦੇ ਰਹੇ ਹਾਂ ਔਰ ਇਹੀ ਖਾਸੀਅਤ ਮੰਨੀ ਜਾਂਦੀ ਰਹੀ ਹੈ ਕਿ ਸਾਰੀਆਂ ਵਿਚਾਰਧਾਰਾਵਾਂ ਮਿਲ ਕੇ ਏਕੇ ਦੇ ਨਾਲ ਇਸ ਅੰਦੋਲਨ ਨੂੰ ਸਰ ਕਰ ਰਹੀਆਂ ਨੇ। ਹਰੇਕ ਹੱਥ ਕੰਡਾ ਹਜੇ ਵੀ ਅਪਣਾਇਆ ਜਾ ਰਿਹਾ ਹੈ ਕਿ ਕਿਸਾਨ ਜਿਹੜੇ ਨੇ ਵਾਪਸ ਮੁੜ ਜਾਣਗੇ, ਪਰ ਅੱਜ ਵੀ ਖੇਤੀ ਕਾਨੂੰਨ ਰੱਦ ਕਰੋ ਦੀ ਮੰਗ ਬਰਕਰਾਰ ਹੈ ਔਰ ਸਾਡੇ ਨਾਲ ਵੀ ਕੁਝ ਕਿਸਾਨ ਆਗੂ ਮੌਜੂਦ ਨੇ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਸਰ, ਕੁੱਲ ਹਿੰਦ ਕਿਸਾਨ ਸਭਾ ਪੰਜਾਬ ਲਾਲ ਝੰਡੀ ਦੇ ਨਾਲ ਭਾਜਪਾ ਸਰਕਾਰ ਦਾ ਹਮੇਸ਼ਾ 36 ਦਾ ਅੰਕੜਾ ਰਿਹਾ ਔਰ ਕਿਸਾਨੀ ਅੰਦੋਲਨ ਦੇ ਲਈ ਵੀ ਜ਼ਿੰਮੇਵਾਰ ਮੰਨਿਆ ਜਾ ਰਿਹਾ ਹੈ ਕਿ ਕਮਿਊਨਿਸਟ ਵਿਚਾਰਧਾਰਾ ਜਿਹੜੀ ਹੈ ਇਸ ਨੂੰ ਸਪੋਰਟ ਕਰ ਰਹੀ ਹੈ, ਇਸ ਅੰਦੋਲਨ ਨੂੰ ਭੜਕਾ ਰਹੀ ਹੈ। ਦੇਖੋ, ਬੀਜੇਪੀ ਜਿਹੜੀ ਹੈਗੀ ਹੈ ਉਹਦਾ ਤਾਂ ਰਾਈਟ ਬਣਦਾ ਇਹ ਵੀ ਇਹ ਕਹਿਣਾ ਵੀ ਇਹ ਜਿਹੜੀ ਖੱਬੇ ਪੱਖੀ ਸ਼ਕਤੀਆਂ ਨੇ, ਕੁੱਲ ਹਿੰਦ ਕਿਸਾਨ ਸਭਾ ਹੈ ਜਾਂ CPM ਹੈ ਜਾਂ ਖੱਬੀਆਂ ਪਾਰਟੀਆਂ ਨੇ, ਉਹ ਭੜਕਾਹਟ ਪੈਦਾ ਕਰਦੀਆਂ ਨੇ। ਪਰ ਇਹ ਇੱਕ ਸੱਚਾਈ ਹੈ ਕਿ ਜਦੋਂ ਕਦੇ ਵੀ ਲੋਕਾਂ ਦੇ ਨਾਲ ਧੱਕਾ ਹੋਇਆ, ਉਦੋਂ ਲੈਫਟ ਫਰੰਟ ਜਿਹੜਾ ਹੈਗਾ, ਖੱਬੀਆਂ ਪਾਰਟੀਆਂ ਹੈਗੀਆਂ ਨੇ, ਮੁਰਲੀ ਕਤਾਰ 'ਚ ਹੋ ਕੇ ਲੜੀਆਂ ਨੇ। ਹੁਣ ਵੀ ਜਿਹੜਾ ਕਾਲੇ ਕਾਨੂੰਨ ਮੋਦੀ ਸਰਕਾਰ ਲੈ ਕੇ ਆਈ ਹੈ, ਉਸ ਜਿਹੜਾ ਕਾਨੂੰਨ ਸੀਗੇ ਸਭ ਤੋਂ ਸ਼ੁਰੂ ਕੀਤਾ ਇਹਨਾਂ ਨੇ ਔਰ ਹਿੰਦੁਸਤਾਨ ਦੇ ਹੁਣ ਸਭ ਤੋਂ ਵੱਡੀ ਜਿਹੜੀ ਕਿਸਾਨ ਜਥੇਬੰਦੀ ਹੈ ਉਹ ਕੁੱਲ ਹਿੰਦ ਕਿਸਾਨ ਸਭਾ ਹੈਗੀ ਹੈ, ਉਹਨਾਂ ਵੱਲੋਂ ਹੀ ਸ਼ੁਰੂ ਕੀਤਾ ਗਿਆ ਔਰ ਜਿਹੜਾ ਸੰਯੁਕਤ ਮੋਰਚਾ ਹੈਗਾ ਉਸ ਦੇ ਕਨਵੀਨਰ ਵੀ ਹਨਨ ਮੁੱਲਾ ਜੋ ਕਿ ਵੈਸਟ ਬੰਗਾਲ ਤੋਂ ਨੇ, ਉਹ ਇਸ ਦੇ ਕਨਵੀਨਰ ਨੇ, ਉਹ ਚਲਾ ਰਹੇ ਨੇ। ਪਰ ਇਹਦੇ 'ਚ 9 ਮੈਂਬਰੀ ਜਿਹੜੀ ਕਮੇਟੀ ਬਣੀ ਉਹਦੀ ਸਾਰਿਆਂ ਦੀ ਰਾਏ ਲੈ ਕੇ, ਸਾਰਿਆਂ ਨੂੰ ਇਕੱਠੇ ਕਰਕੇ, ਸਾਰਿਆਂ ਦੀ ਸਮੁੱਚੀ ਰਾਏ ਜੋ ਬਣਦੀ ਹੈ ਉਸ ਦੇ ਮੁਤਾਬਕ ਇਸ ਜਿਹੜਾ ਸੰਘਰਸ਼ ਹੈ ਉਹ ਸੰਘਰਸ਼ ਨੂੰ ਅੱਗੇ ਤੋਰਿਆ ਜਾ ਰਿਹਾ। ਜਦੋਂ ਤੱਕ ਮੋਦੀ ਦੀ ਸਰਕਾਰ ਇਹਨਾਂ ਕਾਨੂੰਨਾਂ ਨੂੰ ਵਾਪਸ ਨਹੀਂ ਲਊਗੀ, ਉਹਨਾਂ ਚਿਰ ਤੱਕ ਭਾਵੇਂ ਜਿੰਨੀ ਮਰਜ਼ੀ ਕਠਿਨਾਈਆਂ ਦਾ ਸਾਹਮਣਾ ਕਰਨਾ ਪਵੇ, ਸ਼ਹੀਦੀਆਂ ਪ੍ਰਾਪਤ ਕਰਨੀਆਂ ਪੈਣ, ਇਹ ਲੜਾਈ ਉਦੋਂ ਤੱਕ ਜਾਰੀ ਰਹੂਗੀ ਜਦੋਂ ਤੱਕ ਇਹ ਕਾਲੇ ਕਾਨੂੰਨ ਵਾਪਸ ਨਹੀਂ ਲਏ ਜਾਂਦੇ ਔਰ ਨਾਲ ਇਸ ਗੱਲ ਦੀ ਗਰੰਟੀ ਨਹੀਂ ਕੀਤੀ ਜਾਂਦੀ ਕਿ ਜਿਹੜੀ ਸਪੋਰਟ ਪ੍ਰਾਈਜ਼ ਹੈ ਉਹ ਗਰੰਟਡ ਹੋਊਗੀ, ਉਦੋਂ ਤੱਕ ਜਿਹੜਾ ਸੰਘਰਸ਼ ਹੈ ਜਾਰੀ ਹੋਊਗਾ। ਸਰ, ਤੁਹਾਡੇ ਤੋਂ ਜਾਣਦੇ ਹਾਂ, ਜਨਵਰੀ ਦੇ ਵਿੱਚ ਆਖਰੀ ਮੀਟਿੰਗ ਹੋਈ ਸੀ ਕਿਸਾਨ ਜਥੇਬੰਦੀਆਂ ਤੇ ਸਰਕਾਰ ਦੇ ਵਿਚਾਲੇ। ਹੁਣ 7 ਮਹੀਨੇ ਦਾ ਵਕਫਾ ਹੋ ਚੁੱਕਾ ਹੈ ਕਿ ਸਰਕਾਰ ਨੇ ਚੁੱਪ ਵੱਟੀ ਹੋਈ ਹੈ। ਕਿਤੇ ਇਹ ਵੇਖਿਆ ਜਾ ਰਿਹਾ ਹੈ ਕਿ ਕੋਈ ਗੱਲ ਨਹੀਂ, ਆਪਣੇ ਆਪ ਮੁੜ ਜਾਣਗੇ ਘਰਾਂ ਨੂੰ ਵਾਪਸ। ਹੁਣ ਸਰਕਾਰ ਦੀ ਚੁੱਪ ਨੂੰ ਕਿਸ ਤਰੀਕੇ ਦੇ ਨਾਲ ਤੋੜੋਗੇ? ਗੱਲ ਇੱਦਾਂ ਜੀ ਵੀ ਉਹ ਇਹ ਚਾਹੁੰਦੇ ਆ ਵੀ ਜੇ ਇਹਨਾਂ ਨੂੰ ਨਹੀਂ ਬੁਲਾਇਆ ਜਾਂ ਕਿਸੇ ਵੀ ਕਮੇਟੀ ਨੂੰ ਬੁਲਾਇਆ ਨਾ ਸੱਦਾ ਨਾ ਦਿੱਤਾ ਵੀ ਇਹ ਸ਼ਾਇਦ ਇਹ ਚਲੇ ਜਾਣਗੇ, ਪਰ ਇਹਨਾਂ ਨੂੰ ਇਹ ਨਹੀਂ ਪਤਾ ਜਿਹੜਾ ਇੱਕ ਸੰਯੁਕਤ ਮੋਰਚਾ ਬਣਿਆ ਹੈ ਇਹ ਸਾਰਿਆਂ ਨੂੰ ਇਕੱਠਾ ਕਰਕੇ ਬਣਿਆ ਹੈ। ਇਹ ਛੋਟੇ ਤੋਂ ਲੈ ਕੇ ਵੱਡੇ ਲੀਡਰ, ਇਹਦੇ ਸਾਰੇ ਕਿਸਾਨ, ਸਾਰੇ ਭਰਾ ਇਕੱਠੇ ਹੋ ਕੇ ਸੰਘਰਸ਼ ਤੇ ਬੈਠੇ ਹੈ। ਚਾਰੇ ਦਿਸ਼ਾਵਾਂ 'ਚ ਇੱਕੋ ਇੱਕ ਬਾਰਡਰਾਂ ਤੇ ਬੈਠੇ ਹੈ। ਪਰ ਇਹ ਸਾਡੀ ਕੌਮ ਇੱਦਾਂ ਦੀ ਹੈ ਵੀ ਅਸੀਂ ਸੰਘਰਸ਼ ਜਿੱਤ ਕੇ ਹੀ ਜਾਣਾ ਹੈ, ਚਾਹੇ ਉਹ ਜੋ ਮਰਜ਼ੀ ਕਰਨ, ਬੁਲਾਉਣ ਚਾਹੇ ਨਾ ਬੁਲਾਉਣ, ਇੱਕ ਦਿਨ ਉਹਨੂੰ ਸਾਡੇ ਅੱਗੇ ਝੁਕਣਾ ਹੀ ਪਊਗਾ। ਪਰ ਇਸ ਚੁੱਪ ਦੇ ਨਾਲ ਕਿਤੇ ਨਾ ਕਿਤੇ ਲੱਗਦਾ ਨਹੀਂ ਹੈ ਕਿ ਸਰਕਾਰ ਨੂੰ ਕਿਤੇ ਨਾ ਕਿਤੇ ਲੱਗਦਾ ਹੈ ਕਿ ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਕਰਨਾਲ ਦੇ ਵਿੱਚ ਇੰਨਾ ਵੱਡਾ ਪ੍ਰਦਰਸ਼ਨ ਹੋ ਰਿਹਾ ਹੈ, ਲਗਾਤਾਰ ਪ੍ਰਦਰਸ਼ਨ ਹੋ ਰਹੇ ਨੇ, ਮੋਰਚੇ ਨਵੇਂ ਤੋਂ ਨਵੇਂ ਐਲਾਨੇ ਜਾ ਰਹੇ ਨੇ, ਵੱਡੇ ਵੱਡੇ ਪ੍ਰੋਗਰਾਮ ਦਿੱਤੇ ਜਾ ਰਹੇ ਨੇ, ਪਰ ਫਿਰ ਵੀ ਸਰਕਾਰ ਦੇ ਵੱਲੋਂ ਕੋਈ ਵੀ ਆਫਰ ਜਿਹੜਾ ਨਹੀਂ ਦਿੱਤਾ ਜਾ ਰਿਹਾ ਗੱਲਬਾਤ ਦਾ। ਜਿਹੜਾ ਦੇਖੋ ਨਾ, ਇਹਨਾਂ ਨੇ ਕਰਨਾਲ ਦੇ ਅੰਦਰ ਲਾਠੀ ਚਾਰਜ ਕੀਤਾ, ਇੱਕ ਕਿਸਾਨ ਦੀ ਮੌਤ ਵੀ ਹੋਈ ਔਰ ਉਹਦੇ 'ਚ ਕਾਫੀ ਜਿਹੜੇ ਗੰਭੀਰ ਸੱਟਾਂ ਵੀ ਲੱਗੀਆਂ ਸੀ। ਉਸ ਤੋਂ ਅਗਲੇ ਦਿਨ ਹੀ ਜਿਹੜਾ ਕਰਨਾਲ ਦੇ ਅੰਦਰ ਹੁਣ ਮੋਰਚਾ ਲੱਗਿਆ ਹੋਇਆ, ਉਸ ਮੋਰਚੇ ਤੋਂ ਡਰਦਿਆਂ ਇੱਕ ਦਿਨ ਦੇ ਵਿੱਚ ਲਗਾਤਾਰ 3 ਮੀਟਿੰਗਾਂ ਕੀਤੀਆਂ ਨੇ। ਇਹ ਕੋਈ ਛੋਟੀ ਗੱਲ ਨਹੀਂ ਹੈਗੀ, ਕਿਉਂਕਿ ਸਰਕਾਰ ਕਿਤੇ ਨਾ ਕਿਤੇ ਸਿਰਫ ਇਹ ਸੋਚਦੀ ਹੈ, ਈਗੋ ਪ੍ਰੋਬਲਮ ਜਿਹੜੀ ਹੈ ਉਹਨਾਂ ਨੂੰ ਹੋਵੇ, ਇੱਕ ਹੰਕਾਰ ਉਹਨਾਂ ਦਾ ਜਿਹੜਾ ਘਮੰਡ ਹੈ ਉਹਨਾਂ ਨੂੰ ਹੋਇਆ, ਉਸ ਘਮੰਡ ਕਰਕੇ ਉਹ ਨਹੀਂ ਪਿੱਛਾ ਹਟਣਾ ਚਾਹੁੰਦੇ। ਆਖਰ ਜਿਹੜਾ ਕਿ ਉਹਨਾਂ ਦਾ ਚਾਰਾ ਨਹੀਂ ਚੱਲਣਾ, 2022 ਆ ਰਿਹਾ, ਕਿਸਾਨਾਂ ਨੇ ਮਿਸ਼ਨ ਮਿਥ ਲਿਆ
ਉਸ ਮਿਸ਼ਨ ਦੇ ਨਾਲ ਜਦੋਂ ਯੂਪੀ ਪੰਜਾਬ ਤੱਕ ਗਿਆ ਬਈ ਹੈ, ਉੱਤਰਾਖੰਡ ਵੀ ਜਾਣਾ, ਉਸ ਤੋਂ ਬਾਅਦ ਇਹਨਾਂ ਨੂੰ ਇਹ ਸੋਝੀ ਆਉਣੀ ਹੈ ਵੀ ਹੁਣ ਕੋਈ ਚਾਰਾ ਨਹੀਂ ਹੈਗਾ, ਇਹਨਾਂ ਨਾਲ ਗੱਲ ਵੀ ਕਰਨੀ ਪੈਣੀ ਹੈ ਔਰ ਇਹਨਾਂ ਨਾਲ ਹੀ ਗੱਲ ਮੰਨਣੀ ਪੈਣੀ ਹੈ। ਔਰ ਨਾਲ ਇਹ ਵੀ ਸਪਸ਼ਟ ਹੈ ਕਿ 2024 ਅਗਰ ਇਹ ਸੰਘਰਸ਼ ਨਹੀਂ ਮਤਲਬ ਚੱਲਦਾ ਰਿਹਾ ਇਸ ਤਰ੍ਹਾਂ ਔਰ ਨਹੀਂ ਮੰਨਦਾ, 2024 ਤੋਂ 24 ਦੇ ਵਿੱਚ ਨਰਿੰਦਰ ਮੋਦੀ ਨੂੰ ਵੀ ਮੁੜ ਕੇ ਆਪਦੇ ਗੁਜਰਾਤ ਵਾਲੇ ਪਾਸੇ ਨੂੰ ਮੂੰਹ ਕਰਨਾ ਪੈਣਾ ਔਰ ਗੱਦੀ ਛੱਡਣੀ ਪੈਣੀ ਹੈ, ਗੱਦੀ ਲੋਕਾਂ ਨੇ ਛਡਾ ਦੇਣੀ ਹੈ। ਜਿਸ ਤਰੀਕੇ ਨਾਲ ਤੁਸੀਂ ਮਿਸ਼ਨ 2022 ਤੋਂ 2024 ਦੀ ਗੱਲ ਕੀਤੀ ਸੀ, ਮੈਂ ਇਸ ਤੇ ਆਉਣ ਵਾਲੀ ਸੀ ਕਿ ਪੰਜਾਬ ਦੇ ਵਿੱਚ ਹੀ ਨਹੀਂ ਬਲਕਿ ਦੇਸ਼ ਭਰ ਦੀ ਸਿਆਸਤ ਨੂੰ ਕਿਸਾਨੀ ਸੰਘਰਸ਼ ਨੇ ਇੱਕ ਵੱਡਾ ਜਿਹੜਾ ਅੰਗੂਠਾ ਹੈ ਉਹ ਵਿਖਾਇਆ ਹੈ। ਕਿਉਂਕਿ ਜਿੱਦਾਂ ਪੰਜਾਬ ਦੀ ਗੱਲ ਕਰੀਏ ਤਾਂ ਅਕਾਲੀ ਦਲ ਨੂੰ ਜਿਹੜੀਆਂ ਰੈਲੀਆਂ ਨੇ ਆਪਣੀਆਂ ਰੱਦ ਕਰਨੀਆਂ ਪੈ ਰਹੀਆਂ ਨੇ। ਕੋਈ ਵੀ ਪਾਰਟੀ ਖੁੱਲ੍ਹੇ ਤੌਰ ਦੇ ਉੱਤੇ ਲੋਕਾਂ ਦੇ ਵਿੱਚ ਵਿਚਰ ਨਹੀਂ ਸਕਦੀ, ਭਾਵੇਂ ਉਹ ਸੱਤਾ ਧਿਰ ਹੋਵੇ, ਵਿਰੋਧੀ ਧਿਰ ਹੋਵੇ ਜਾਂ ਫਿਰ ਕੋਈ ਵੀ ਪਾਰਟੀ ਹੋਵੇ। ਉਹਨਾਂ ਨੂੰ ਕਿਸਾਨ ਆਗੂਆਂ ਦੇ ਜਾਂ ਪੰਜਾਬ ਦੇ ਬਛਿੰਦਿਆਂ ਦੇ ਸਵਾਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੇਸ਼ ਦੀ ਸਿਆਸਤ ਤੇ ਪੰਜਾਬ ਦੀ ਸਿਆਸਤ ਇਸ ਸਭ ਦੇ ਵਿਚਾਲੇ ਕਿਸ ਤਰੀਕੇ ਨਾਲ ਬਦਲਦੀ ਵੇਖ ਰਹੇ ਹੋ ਕਿ ਖੁੱਲੇ ਤਰੀਕੇ ਨਾਲ ਚੋਣ ਪ੍ਰਚਾਰ ਨਹੀਂ ਹੋ ਪਾ ਰਿਹਾ ਤਾਂ ਚੋਣਾਂ ਕਿਵੇਂ ਹੋਣਗੀਆਂ? ਦੇਖੋ ਗੱਲ ਇਸ ਤਰ੍ਹਾਂ ਹੈਗੀ ਹੈ, ਚੋਣਾਂ ਜਿਹੜੀਆਂ ਨੇ, ਚੋਣਾਂ ਭਾਵੇਂ 10 ਸਾਲ ਹੋਣ 20 ਸਾਲ ਹੋਣ ਕੋਈ ਫਰਕ ਨਹੀਂ, ਚਾਹੇ ਚੋਣਾਂ ਰੋਜ਼ ਹੋਣ। ਸਵਾਲ ਇਹ ਵੀ ਜਿਹੜੇ ਲੋਕਾਂ ਦੇ ਮੁੱਦੇ ਨੇ ਉਹਨਾਂ ਮੁੱਦਿਆਂ ਤੇ ਲੜਾਈ ਹੋਵੇ, ਉਹਨਾਂ ਮੁੱਦਿਆਂ ਨੂੰ ਹੱਲ ਕਰਨ ਦਾ ਯਤਨ ਕੀਤਾ ਜਾਵੇ। ਸਰਕਾਰਾਂ ਜਿਹੜੀਆਂ ਬੁਰਜੂਆ ਪਾਰਟੀਆਂ ਨੇ, ਭਾਵੇਂ ਅਕਾਲੀ ਦਲ ਹੈ, ਕਾਂਗਰਸ ਹੈ, ਦੂਜੀ ਆਮ ਆਦਮੀ ਪਾਰਟੀ ਆ ਰਹੀ ਹੈ, ਉਹ ਲੋਕਾਂ ਨੂੰ ਇਹੋ ਜਿਹੇ ਨਾਅਰੇ ਦੇ ਕੇ ਨਾ ਸਿਰਫ ਵੋਟਾਂ ਬਟੋਰ ਕੇ ਮੁੜ ਲੋਕਾਂ ਦੀ ਲੁੱਟ ਕਰਨਾ ਚਾਹੁੰਦੇ ਨੇ। ਉਹਦੇ ਖਿਲਾਫ ਜਿਹੜਾ ਸੰਯੁਕਤ ਮੋਰਚਾ ਔਰ ਕੱਲਾ ਸੰਯੁਕਤ ਮੋਰਚਾ ਨਹੀਂ, ਹਿੰਦੁਸਤਾਨ ਦਾ ਆਵਾਮ, ਕਿਉਂਕਿ ਹਰ ਵਰਗ ਦੀ ਇਹ ਲੜਾਈ ਬਣ ਗਈ ਹੈ। ਉਸ ਕਰਕੇ ਇਹਨਾਂ ਨੂੰ ਜਿਹੜੀ ਵਿਰੋਧੀ ਪਾਰਟੀਆਂ ਪੰਜਾਬ ਦੀਆਂ ਵੀ ਨੇ, ਉਹਨਾਂ ਨੂੰ ਇਹ ਚਾਹੀਦਾ ਵੀ ਉਹਨਾਂ ਚਿਰ ਆਪ ਦੀ ਮੁਹਿੰਮ ਛੱਡ ਕੇ ਲੋਕਾਂ ਦੇ ਮਸਲੇ ਲਈ ਖੜਨਾ ਚਾਹੀਦਾ। ਲੋਕਾਂ ਨਾਲ ਖੜ ਕੇ ਲੋਕਾਂ ਦੇ ਪਹਿਲਾਂ ਮਸਲੇ ਜਿੱਤੇ ਜਾਣ, ਉਸ ਤੋਂ ਬਾਅਦ ਜਿਹੜੀ ਹੈ ਚੋਣ ਤਾਂ 2 ਮਹੀਨੇ ਬਥੇਰੇ ਹੁੰਦੇ ਨੇ, ਅਜੇ ਤਾਂ ਜਾ ਕੇ ਕਿਤੇ ਫਰਵਰੀ 'ਚ ਚੋਣ ਹੋਣੀ ਹੈ, ਉਸ ਸਮੇਂ ਜਾ ਕੇ 2 ਮਹੀਨੇ ਪਹਿਲਾਂ ਆਪਣੀ ਰੈਲੀਆਂ ਕਰਨ। ਅੱਜ ਉਹ ਸਗੋਂ ਜਿਹੜਾ ਕਰਦੇ ਨੇ ਨਾ, ਉਸ ਦੇ ਨਾਲ ਇਸ ਕਿਸਾਨ ਮੋਰਚੇ ਨੂੰ ਸੱਟ ਮਾਰਨ ਦਾ ਯਤਨ ਕਰਦੇ ਨੇ। ਇਸ ਲਈ ਜਿਹੜਾ ਇਹਦੇ ਜਿਹੜੇ ਕਿਸਾਨ ਨੇ, ਆਮ ਜਨਤਾ ਹੈ, ਉਹ ਇਸ ਕਰਕੇ ਵਿਰੋਧ ਕਰਦੀ ਹੈ ਉਹਨਾਂ ਦਾ ਕਿ ਸਾਡੀ ਤਾਂ ਜਾਨ ਨੂੰ ਬਣੀ ਪਈ ਹੈ, ਸਾਡੀ ਜਾਇਦਾਦਾਂ ਜਾ ਰਹੀਆਂ ਨੇ, ਅਸੀਂ ਭੁੱਖ ਦਾ ਸ਼ਿਕਾਰ ਬਣਨ ਜਾ ਰਹੇ ਹਾਂ ਤੇ ਤੁਹਾਨੂੰ ਆਪਦੀ ਰਾਜਗੱਦੀ ਹਾਸਲ ਕਰਨ ਦੇ ਲਈ ਆਪਦੀਆਂ ਰੈਲੀਆਂ ਕਰਨ ਦਾ ਪਿਆ ਹੋਇਆ। ਲੋਕਾਂ ਨੂੰ ਹਰ ਤਰ੍ਹਾਂ ਦੇ ਲਾਰੇ ਲਾਉਣ ਦਾ ਯਤਨ ਕਰਦੇ ਨੇ, ਦਾਰੂ ਦੂਰੂ ਲਵੀ ਪਿਲਾਉਣ ਦੀ ਯਤਨ ਕਰਦੇ ਨੇ। ਇਸ ਕਰਕੇ ਲੋਕ ਇਹਨਾਂ ਦਾ ਵਿਰੋਧ ਕਰਦੇ ਨੇ। ਲੋਕ ਕਹਿੰਦੇ ਨੇ ਵੀ ਤੁਸੀਂ ਪਹਿਲਾਂ ਸਾਡਾ ਮੁੱਦਾ ਜਿਹੜਾ ਸਾਡਾ ਕਿਸਾਨ ਸੰਘਰਸ਼ ਹੈ, ਇਸ ਨੂੰ ਜਿੱਤ ਹਾਸਲ ਹੋਣ ਦਿਓ, ਉਸ ਤੋਂ ਬਾਅਦ ਜਿਹੜੀ ਲੜਾਈ ਉਹ ਚੱਲ। ਕਿਸਾਨੀ ਸੰਘਰਸ਼ ਦੇ ਵਿੱਚ ਸਭ ਤੋਂ ਵੱਡੀ ਸੱਟ ਜੇ ਪੰਜਾਬ ਦੇ ਵਿੱਚ ਲੱਗੀ ਹੈ ਤਾਂ ਅਕਾਲੀ ਦਲ ਨੂੰ ਲੱਗੀ ਹੈ, ਕਿਉਂਕਿ ਉਹਨਾਂ ਨੇ ਜਿਹੜੀ ਚੋਣ ਮੁਹਿੰਮ ਵਿੱਢੀ ਸੀ ਉਸ ਦੇ ਉੱਤੇ ਸਭ ਤੋਂ ਵੱਡਾ ਰੋੜਾ ਕਿਸਾਨੀ ਸੰਘਰਸ਼ ਨੇ ਅਟਕਾਇਆ। ਤੇ ਪਰ ਸੁਖਬੀਰ ਬਾਦਲ ਕਹਿੰਦੇ ਨੇ ਕਿ ਜਿਹੜੇ ਕਿਸਾਨ ਆਗੂ ਨੇ ਗੁਰਨਾਮ ਸਿੰਘ ਚੜੂਨੀ, ਉਹਨਾਂ ਨਾਲ ਗੱਲ ਹੁੰਦੀ ਹੈ, ਉਹਨਾਂ ਤੋਂ ਲੰਗਰ ਦੀ ਮੰਗ ਕਰਦੇ ਨੇ, ਅਕਾਲੀ ਦਲ ਉਹਨਾਂ ਦੀ ਹੈਲਪ ਕਰ ਰਹੀ ਹੈ। ਉਹਨਾਂ ਨਾਲ ਸੰਯੁਕਤ ਮੋਰਚੇ ਦੀ ਗੱਲ ਨਹੀਂ ਹੁੰਦੀ, ਗੁਰਨਾਮ ਸਿੰਘ ਝੜੂਨੀ ਦਾ ਆਪਣਾ ਕੋਈ ਨਿੱਜੀ ਮਾਮਲਾ ਹੋਊਗਾ। ਮੈਂ ਤਾਂ ਤੁਹਾਡੇ ਮਾਧਿਅਮ ਰਾਹੀਂ ਕੁੱਲ ਹਿੰਦ ਕਿਸਾਨ ਸਭਾ ਦਾ ਤਹਿਸੀਲ ਰਾਜਪੁਰੇ ਦਾ ਪ੍ਰਧਾਨ ਹੋਣ ਦੇ ਨਾਤੇ ਇੱਕ ਸੰਦੇਸ਼ ਦੇਣਾ ਚਾਹੂੰਗਾ ਲੋਕਾਂ ਨੂੰ। ਜ਼ਾਬਰ ਦੀਆਂ ਜ਼ੰਜੀਰਾਂ ਦੀ ਜਾਕੜਨ ਟੁੱਟ ਜਾਂਦੀ ਹੈ, ਜ਼ਾਬਰ ਦੀਆਂ ਜ਼ੰਜੀਰਾਂ ਦੀ ਜਾਕੜਨ ਟੁੱਟ ਜਾਂਦੀ ਹੈ, ਰੂਪ ਧਾਰਦੀਆਂ ਲਹਿਰਾਂ ਜਦ ਮੂੰਹ ਜ਼ੋਰ ਤੂਫਾਨਾਂ ਦੇ, ਜ਼ਾਲਮ ਤੇ ਹੰਕਾਰੀ ਹਾਕਮ ਵੀ ਝੁਕ ਜਾਂਦੇ ਨੇ, ਰੋਹ ਹੁੰਦੇ ਪ੍ਰਚੰਡ ਜਦੋਂ ਮਜ਼ਦੂਰ ਕਿਸਾਨਾਂ ਦੇ। ਤੁਹਾਡਾ ਇੱਕਾ ਹੈ ਜਾਮਨ ਤਕਦੀਰ ਤੁਹਾਡੀ ਦਾ, ਕਿਉਂ ਆਸਰੇ ਭਾਲੋਂ ਜੁਮਲੇ ਬਾਜ ਸ਼ੈਤਾਨਾਂ ਦੇ। ਚਟਾਨਾਂ ਦੇ ਵਿੱਚ ਹਿੰਮਤ ਹੈ ਨਹੀਂ ਰਸਤੇ ਰੋਕਣ ਦੀ, ਲੋਕ ਹਿੱਤਾਂ ਲਈ ਉੱਠਦੇ ਸੋਢੀ ਲਾਲ ਤੂਫਾਨਾਂ ਦੇ। ਜੈ ਜਨਤਾ, ਜੈ ਸੰਘਰਸ਼। ਭਾਰਤੀ ਸੰਵਿਧਾਨ ਦੇ ਵਿੱਚ ਬਰਾਬਰਤਾ ਦਾ ਅਧਿਕਾਰ ਦਿੱਤਾ ਗਿਆ ਹੈ, ਹਰੇਕ ਨੂੰ ਫਰੀडम ਆਫ ਸਪੀਚ ਦਾ ਅਧਿਕਾਰ ਦਿੱਤਾ ਗਿਆ ਹੈ, ਧਾਰਮਿਕ ਸੁਤੰਤਰਤਾ ਦਾ ਅਧਿਕਾਰ ਦਿੱਤਾ ਗਿਆ ਹੈ। ਪਰ ਜੇ ਕਿਸਾਨੀ ਸੰਘਰਸ਼ ਦੀ ਗੱਲ ਕਰੀਏ ਤਾਂ ਇਸ ਦੇ ਵਿੱਚ ਵੀ ਧਰਮ ਦੇ ਨਾਮ ਤੇ ਫੁੱਟ ਪਾਉਣ ਦੀ ਕੋਸ਼ਿਸ਼ ਕੀਤੀ ਗਈ। ਖਾਲਿਸਤਾਨੀਆਂ ਦਾ, ਵੱਖਵਾਦੀਆਂ ਦਾ ਅੰਦੋਲਨ ਇਸ ਨੂੰ ਦੱਸਿਆ ਗਿਆ, ਚੀਨ ਤੇ ਪਾਕਿਸਤਾਨ ਦਾ ਹੱਥ ਵੀ ਇਸ ਅੰਦੋਲਨ ਦੇ ਪਿੱਛੇ ਦੱਸਿਆ ਗਿਆ। ਕੀ ਲੱਗਦਾ ਹੈ ਕਿ ਅਸੀਂ ਇੰਨੇ ਕਮਜ਼ੋਰ ਹੋ ਗਏ ਹਾਂ ਕਿ ਧਰਮ ਦੇ ਨਾਮ ਤੇ ਜਿਹੜੀਆਂ ਵੰਡੀਆਂ, ਕਿਉਂਕਿ ਧਰਮ ਦੇ ਨਾਮ ਤੇ, ਜਾਤੀ ਦੇ ਨਾਮ ਤੇ ਵੋਟਸ ਬਹੁਤ ਸਾਰੇ ਸੂਬੇ ਨੇ ਜਿਨ੍ਹਾਂ ਦੇ ਵਿੱਚ ਪੋਲਰਾਈਜੇਸ਼ਨ ਵੋਟਸ ਦੀ ਹੁੰਦੀ ਹੈ। ਕਿਤੇ ਨਾ ਕਿਤੇ ਹੁਣ ਕਿਸਾਨੀ ਸੰਘਰਸ਼ ਦੇ ਵਿੱਚ ਲੱਗਦਾ ਹੈ, ਕਿਉਂਕਿ ਜਿਸ ਤਰੀਕੇ ਨਾਲ ਸਾਰੇ ਇਕੱਠੇ ਹੋਏ ਨੇ, ਸਾਰੇ ਧਰਮ ਇਕੱਠੇ ਹੋਏ ਨੇ, ਕਿ ਜਿਹੜੀ ਧਰਮ ਤੇ ਜਾਤੀ ਦੀ ਰਾਜਨੀਤੀ ਹੈ ਇਸ ਤੇ ਵੀ ਬਹੁਤ ਵੱਡੀ ਸੱਟ ਕਿਸਾਨੀ ਅੰਦੋਲਨ ਦੇ ਵੱਲੋਂ ਮਾਰੀ ਜਾਏਗੀ। ਦੇਖੋ ਜਿਹੜੀ ਜਾਤੀ ਦੀ ਲੜਾਈ ਹੈ ਉਹ ਖਾਸ ਕਰਕੇ ਜਿਹੜੀਆਂ ਬੁਰਜੁਆਈ ਧਿਰਾਂ ਨੇ, ਭਾਵੇਂ ਉਹ ਬੀਜੇਪੀ ਹੈ, ਉਹ ਹੀ ਪੈਦਾ ਕਰਨ ਦਾ ਯਤਨ ਕਰਦੀਆਂ ਨੇ। ਜਿਵੇਂ ਉਹ ਸੰਵਿਧਾਨ ਨੂੰ ਤੋੜ ਮਰੋੜ ਕੇ ਸੰਵਿਧਾਨ ਦੇ ਵਿੱਚ ਸੋਧਾਂ ਕਰਕੇ, ਸੰਵਿਧਾਨ ਦਾ ਨੁਕਸਾਨ ਕਰਕੇ, ਸੰਵਿਧਾਨ ਤੇ ਹਮਲੇ ਹੋ ਹੀ ਰਹੇ ਆ। ਈਵਨ
ਸੁਪਰੀਮ ਕੋਰਟ ਦੇ ਜੱਜਾਂ ਨੂੰ ਵੀ ਹਾਇਰ ਕੀਤਾ ਜਾ ਰਿਹਾ, ਉਹਨਾਂ ਤੋਂ ਆਪਣੀ ਮਰਜ਼ੀ ਦੇ ਫੈਸਲੇ ਕਰਵਾਏ ਜਾ ਰਹੇ ਨੇ, ਜਿਵੇਂ ਅਯੁੱਧਿਆ ਦਾ ਫੈਸਲਾ ਕਰਵਾਇਆ ਗਿਆ। ਕਿਉਂਕਿ ਆਮ ਜਿਹੜੀ ਜਨਤਾ ਸੀ, ਭਾਵੇਂ ਉਹ ਮੁਸਲਮਾਨ ਸੀ ਹਿੰਦੂ ਸੀ, ਉਹਨਾਂ 'ਚ ਇੰਨਾ ਫਰਕ ਨਹੀਂ ਸੀ। ਇਹ ਜਿਹੜੀ ਬੀਜੇਪੀ ਦਾ ਸੋਚ ਹੈਗੀ ਹੈ, ਬੀਜੇਪੀ ਦੀ ਸੋਚ ਹੈਗੀ ਹੈ ਲੋਕਾਂ ਨੂੰ ਪਾੜ ਕੇ ਆਪਣੀ ਰਾਜਗੱਦੀ ਨੂੰ ਧਰਮ ਦੇ ਨਾਂ 'ਤੇ ਲਾ ਕੇ ਉਹ ਹਿੰਦੂ ਰਾਸ਼ਟਰ ਦਾ ਜਿਹੜਾ ਨਾਅਰਾ ਦੇ ਕੇ ਉਹਦੇ ਨਾਲ ਜਿਹੜਾ ਹੈਗਾ ਆਪਣੀ ਰਾਜਗੱਦੀ ਕਾਇਮ ਕਰਨਾ ਚਾਹੁੰਦੀ ਹੈ। ਔਰ ਨਾਲ ਜਿਹੜਾ ਹੈਗਾ ਵੀ ਉਹਨਾਂ ਦਾ ਦਲਿਤਾਂ ਦੇ ਉੱਤੇ ਬਹੁਤ ਵੱਡਾ ਹਮਲਾ ਹੈ। ਦਲਿਤਾਂ ਦੇ ਉੱਤੇ ਕਿਉਂਕਿ ਜਿਹੜੀ ਨਾਗਪੁਰ ਤੋਂ ਸਿਸਟਮ ਚੱਲਦਾ ਹੈ ਬੀਜੇਪੀ ਦਾ, ਉਹ ਸਾਫ਼ ਹੈ ਉਹਦੇ 'ਚ ਵੀ ਜਿਹੜੇ ਦਲਿਤ ਨੇ, ਨਾਰੀ ਹੈ, ਔਰਤ, ਮਤਲਬ ਕਿ ਔਰਤਾਂ ਨੂੰ ਵੀ ਬਹੁਤ ਨੀਵੇਂ ਦਰਜੇ ਤੇ ਰੱਖਣਾ ਚਾਹੁੰਦੇ ਨੇ। ਇਸ ਕਰਕੇ ਜਿਹੜਾ ਸੰਯੁਕਤ ਮੋਰਚੇ ਦਾ ਫੈਸਲਾ ਹੈ ਕਿ ਸਾਰੇ ਧਰਮ ਇਹਦੇ ਵਿੱਚ ਸ਼ਾਮਲ ਨੇ ਔਰ ਪਹਿਚਾਣ ਨਹੀਂ ਹੋ ਰਹੀ, ਇਨਸਾਨੀਅਤ ਸਾਹਮਣੇ ਆ ਰਹੀ ਹੈ। ਧਰਮ ਦਾ ਵੀ ਰੌਲਾ ਨਹੀਂ, ਜਾਤ ਦਾ ਕੋਈ ਰੌਲਾ ਨਹੀਂ, ਇੱਕ ਇਨਸਾਨੀਅਤ ਦੇ ਨਾਤੇ ਸਾਰੇ ਇਕੱਠੇ ਹੋ ਕੇ ਉਸ ਜਿਹੜਾ ਲੜਾਈ ਹੈ, ਉਸ ਲੜਾਈ ਦੇ ਵਿੱਚ ਇਕੱਠੇ ਹੋ ਕੇ ਆਪਣੇ ਆਪ ਨੂੰ ਬਚਾਉਣ ਦੇ ਲਈ, ਆਪਣੇ ਰੁਜ਼ਗਾਰ ਬਚਾਉਣ ਦੇ ਲਈ, ਆਪਣੀ ਜਾਇਦਾਦ ਬਚਾਉਣ ਦੇ ਲਈ, ਹਿੰਦੁਸਤਾਨ ਨੂੰ ਹਿੰਦੂ ਰਾਸ਼ਟਰ ਬਣਨ ਤੋਂ ਬਚਾਉਣ ਦੇ ਲਈ ਔਰ ਹਿੰਦੁਸਤਾਨ ਨੂੰ ਟੁਕੜੇ ਟੁਕੜੇ ਹੋਣ ਤੋਂ ਬਚਾਉਣ ਦੇ ਲਈ ਸਾਰੀ ਸੰਯੁਕਤ ਮੋਰਚੇ ਦੀ ਇਸ ਲੜਾਈ ਦੇ ਵਿੱਚ ਸ਼ਮੂਲੀਅਤ ਹੈ। ਇਸ ਕਰਕੇ ਜਿਹੜਾ ਬੀਜੇਪੀ ਦਾ ਇਹ ਹੈਗਾ ਵੀ ਅਸੀਂ ਦਲਿਤਾਂ 'ਤੇ ਹਮਲੇ ਕਰਕੇ ਜਾਂ ਸੰਵਿਧਾਨ 'ਤੇ ਹਮਲੇ ਕਰਕੇ ਇਸ ਤਰ੍ਹਾਂ ਦੇ ਕਰ ਲਾਂਗੇ, ਉਹ ਸਫਲ ਨਹੀਂ ਹੋਣਾ। ਔਰ ਥੋੜ੍ਹੇ ਦਿਨਾਂ ਦੇ ਵਿੱਚ ਹੀ ਹੈ, ਜਿਵੇਂ ਚੋਣ ਆ ਰਹੀ ਹੈ, ਉਹ ਲੋਕਾਂ ਨੇ ਸਾਹਮਣੇ ਕਰ ਦੇਣਾ। ਸਰਕਾਰ ਜਿਹੜੀ ਹੈ ਵੀ ਸਰਕਾਰਾਂ ਆਉਣੀ ਜਾਣੀਆਂ ਚੀਜ਼ਾਂ ਰਹਿੰਦੀਆਂ ਨੇ। ਸਾਡੇ ਇਹਦੇ ਵਿੱਚ ਹੈਗੀ ਹੈ ਵੀ ਨੇਤਾ ਦੀ ਜਗ੍ਹਾ ਨੀਤੀਆਂ ਬਦਲੀਆਂ ਜਾਣ। ਨੇਤਾ ਤਾਂ ਹਰ ਵਾਰੀ ਬਦਲਣੇ ਨਾ, ਚਾਹੇ ਕਾਂਗਰਸੀਆਂ ਨੂੰ ਛੱਡ ਕੇ ਅਕਾਲੀਆਂ ਨੂੰ ਲਿਆਈਏ, ਅਕਾਲੀਆਂ ਨੂੰ ਛੱਡ ਕੇ ਬੀਜੇਪੀ ਨੂੰ ਲਿਆਈਏ। ਮਤਲਬ ਜਿਹੜਾ ਹੈਗਾ ਵੀ ਨੀਤੀਆਂ ਬਦਲਣ ਦਾ ਸਵਾਲ ਹੈ। ਬਦਲਵੀਂ ਨੀਤੀਆਂ ਆਉਣੀਆਂ, ਬਦਲਵੀਆਂ ਨੀਤੀਆਂ ਜਿਵੇਂ ਹੁਣ ਸੰਯੁਕਤ ਮੋਰਚੇ ਦੀ ਅਗਵਾਈ ਦੇ ਵਿੱਚ ਸਾਰਾ ਦੇਸ਼ ਇਕੱਠਾ ਹੋਇਆ, ਜਦੋਂ ਇਹਨਾਂ ਦੇ ਇਸ਼ਾਰੇ 'ਤੇ ਜੋ ਕੁਛ ਹੋਣਾ ਹੈ, ਉਦੋਂ ਫਿਰ ਜਿਹੜੀ ਨੀਤੀਆਂ ਬਦਲੀਆਂ ਜਾਣੀਆਂ। ਨੀਤੀਆਂ ਲੋਕਾਂ ਦੇ ਪੱਖ ਦੀ ਬਣਨੀਆਂ ਨੇ, ਹੁਣ ਬਣਦੀਆਂ ਨੇ ਕਾਰਪੋਰੇਟਾਂ ਦੇ ਹੱਕ ਦੀਆਂ ਨੀਤੀਆਂ। ਜਸਟ ਤਿੰਨੇ ਕਾਨੂੰਨ ਆਏ ਨੇ, ਉਹ ਕਾਰਪੋਰੇਟਾਂ ਦੇ ਹੱਕ 'ਚ ਆਏ ਨੇ, ਉਹਨਾਂ ਨੂੰ ਬਦਲਣਾ। ਇਸ ਲਈ ਲੋਕਾਂ ਦੇ ਪੱਖ ਦਾ ਕੋਈ ਕਾਨੂੰਨ ਬਣੂਗਾ ਤਾਂ ਜਾ ਕੇ ਸਿਸਟਮ ਨੂੰ ਚੇਂਜ ਕਰਨ ਦੀ ਲੜਾਈ ਜਿਹੜੀ ਹੈ ਹੁਣ ਸ਼ੁਰੂ ਹੋਈ ਹੈ। ਸਿਸਟਮ ਨੂੰ ਬਦਲਣ ਦੇ ਲਈ ਜਿਹੜੀ ਇਸ ਲੜਾਈ ਦੇ ਵਿੱਚ ਜਿੰਨਾ ਕੁ ਲੋਕਾਂ ਦਾ ਯੋਗਦਾਨ ਹੈ, ਉਹ ਪਾ ਕੇ ਬੀਜੇਪੀ ਨੂੰ ਉਹਦੀ ਵਿਚਾਰਧਾਰਾ ਨੂੰ ਹਰਾਉਣ ਦਾ ਸਵਾਲ ਹੈ, ਉਸ 'ਤੇ ਲੜਾਈ ਜਿਹੜੀ ਹੈ ਜਾਰੀ ਹੈ। ਤੁਸੀਂ ਆਰਐਸਐਸ ਦਾ ਜ਼ਿਕਰ ਕੀਤਾ ਹੈ ਕਿ ਨਾਗਪੁਰ ਤੋਂ ਇਸ਼ਾਰਾ ਹੁੰਦਾ ਹੈ ਤੇ ਉਸ ਤੋਂ ਬਾਅਦ ਅੱਗੇ ਜਿਹੜੀ ਨੀਤੀ ਹੈ ਉਹ ਬਣਾਈ ਜਾਂਦੀ ਹੈ। ਤੇ ਆਰਐਸਐਸ ਦੇ ਮੁਖੀ ਮੋਹਨ ਭਾਗਵਤ ਦੀ ਇੱਕ ਸਟੇਟਮੈਂਟ ਮੈਂ ਲੰਘੇ ਦਿਨੀ ਸੁਣੀ ਹੈ। ਉਹ ਕਹਿੰਦੇ ਕਿ ਮੁਸਲਮਾਨਾਂ ਦੇ ਲਈ ਜੇ ਸਭ ਤੋਂ ਵੱਧ ਸੁਰੱਖਿਅਤ ਦੇਸ਼ ਹੈ ਕੋਈ ਤਾਂ ਉਹ ਭਾਰਤ ਹੈ। ਇਸ ਬਿਆਨ ਦੇ ਮਾਇਨੇ ਕੀ ਨੇ? ਇਹਦੇ ਮਾਇਨੇ ਹਾਥੀ ਹੁੰਦਾ ਨਾ, ਹਾਥੀ ਦੇ ਦੰਦ ਜਿਹੜੇ ਖਾਣ ਵਾਲੇ ਹੋ ਰਹੇ ਹੁੰਦੇ ਨੇ, ਦਿਖਾਉਣ ਵਾਲੇ ਹੋਰ ਹੁੰਦੇ ਨੇ। ਤੁਸੀਂ ਦੇਖੋ ਵੀ ਸੀਏ NRC ਜਿਹੜਾ ਹੈਗਾ, ਉਹ ਕਾਨੂੰਨ ਆ ਰਹੇ ਨੇ, ਉਹਦੇ ਸਾਫ਼ ਤਾਂ ਦੱਸਦੇ ਵੀ ਜਿਹੜਾ ਭਾਈ ਮੁਸਲਮਾਨ ਹੈ ਹਿੰਦੁਸਤਾਨੀ, ਲਿਖੋ ਆਪਦੇ ਆਪ ਨੂੰ, ਨਹੀਂ ਤਾਂ ਜਾਓ ਪਾਕਿਸਤਾਨ ਨੂੰ। ਇਹ ਉਹਨਾਂ ਦਾ ਹੀ ਹੈ ਨਾ, ਇਹ ਮੇਰਾ ਤਾਂ ਹੈ ਨਹੀਂ, ਇਹ ਉਹਨਾਂ ਦਾ ਸਾਰਾ ਕੁਝ ਹੈਗਾ। ਇਹ ਸਾਰਾ ਕੁਝ ਲੋਕਾਂ ਨੂੰ ਪਚਲਾਉਣ ਦਾ, ਲੋਕਾਂ ਨੂੰ ਭੰਬਲ ਪੁੱਸੇ ਪਾਉਣ ਦਾ ਯਤਨ ਹੈ, ਤਾਂ ਕਿ ਲੋਕਾਂ 'ਚ ਇਸ ਤਰ੍ਹਾਂ ਦਾ ਜਾਵੇ ਵੀ ਯਾਰ ਉਹ ਤਾਂ ਕਹਿ ਰਹੇ ਵੀ ਅਸੀਂ ਤਾਂ ਫਰਕ ਹੀ ਨਹੀਂ ਰੱਖਦੇ, ਮੁਸਲਮਾਨਾਂ ਦੇ ਉਹ ਹੈਗੇ। ਤੁਸੀਂ ਗੁਜਰਾਤ 'ਚ ਦੇਖੋ ਕਿੰਨੇ ਲੋਕਾਂ ਦਾ ਹੋਇਆ, ਹਸੀਨ ਬਾਗ 'ਚ, ਉੱਥੇ ਬੀਬੀਆਂ ਬੈਠੀਆਂ ਸੀ ਔਰ ਲਾਸਟ ਦੇ ਵਿੱਚ ਉਹ ਬੀਜੇਪੀ ਦੇ ਆਗੂ ਨੇ ਦੰਗੇ ਕਰਾ ਕੇ ਜਿਹੜਾ ਪਕੜਿਆ ਵੀ ਗਿਆ ਸੀ, ਪਰ ਹੋਇਆ ਕੁਝ ਨਹੀਂ। ਚਲੋ ਉਹ ਸਾਰਾ ਉੱਥੇ ਕੁਚਲਿਆ ਗਿਆ ਉਸ ਨੂੰ। ਔਰ ਉਸ ਤੋਂ ਬਾਅਦ ਜਿਹੜੀ ਹੈਗੀ ਹੈ ਕਰੋਨਾ ਦੀ ਆੜ ਦੇ ਵਿੱਚ ਮੁਸਲਮਾਨਾਂ 'ਤੇ ਹਮਲੇ ਕੀਤੇ ਗਏ। ਫਿਰ ਉਸ ਤੋਂ ਬਾਅਦ ਹਜੂਰ ਸਾਹਿਬ ਤੋਂ ਜਿਹੜੇ ਵਾਪਸ ਆ ਰਹੀ ਸੀ ਸ਼ਰਧਾਲੂ, ਉਹਨਾਂ 'ਤੇ ਲਾਉਣ ਦਾ ਯਤਨ ਕੀਤਾ ਗਿਆ ਵੀ ਇਹ ਸਿੱਖਾਂ ਕਰਕੇ ਜਿਹੜਾ ਕਿ ਹੋਰ ਹੈ। ਇਹ ਕੋਈ ਕਰੋਨਾ ਕੋਈ ਇਹੋ ਜਿਹੀ ਚੀਜ਼ ਜਿਹੜੀ ਜੇਬ 'ਚ ਪਾਈ ਵੀ ਸੀ, ਮੈਂ ਇਹਨਾਂ ਦੇ ਹੱਥ ਲਾਦਾ ਇਹਨਾਂ ਨੂੰ ਫੈਲ ਜੂ, ਇਸ ਤਰ੍ਹਾਂ ਦਾ ਹੈ ਨਹੀਂ ਸੀ। ਕਿਉਂਕਿ ਮੁਸਲਮਾਨਾਂ 'ਤੇ ਹੋਰ ਸਿੱਖਾਂ 'ਤੇ ਵੀ ਇਸ ਤਰ੍ਹਾਂ ਦਾ ਲਾਉਣ ਦਾ ਯਤਨ ਕੀਤਾ ਗਿਆ। ਲੋਕਾਂ ਦਾ ਜਿਹੜਾ ਭਾਈਚਾਰਾ ਉਸ ਨੂੰ ਤੋੜਨ ਦਾ ਯਤਨ ਪੂਰਾ ਕੀਤਾ ਗਿਆ। ਪਰ ਲੋਕ ਪਿਛਲੇ ਸਮੇਂ ਤੋਂ ਹੀ, ਭਾਵੇਂ ਪੰਜਾਬ ਦੇ ਅੰਦਰ ਇੱਕ ਲਹਿਰ ਚੱਲਦੀ ਰਹੀ ਹੈ, ਉਸ ਲਹਿਰ ਦੇ ਵਿੱਚ ਵੀ ਤੇ ਹੁਣ ਵੀ ਲੋਕਾਂ ਨੇ ਜਿਹੜਾ ਆਪਣਾ ਭਾਈਚਾਰਾ ਬਿਲਕੁਲ ਕਾਇਮ ਰੱਖਿਆ। ਉਸ ਭਾਈਚਾਰੇ ਦੇ ਕਾਰਨ ਇਹੀ ਹੈਗਾ ਕਿ ਜਿਹੜੀ ਦੇਸ਼ ਨੂੰ ਤੋੜਨਾ ਚਾਹੁੰਦੀਆਂ ਨੇ ਸ਼ਕਤੀਆਂ, ਉਹਨਾਂ ਦਾ ਬਸ ਨਹੀਂ ਚੱਲਿਆ ਔਰ ਦੇਸ਼ ਇੱਕ ਹੈ, ਦੇਸ਼ ਮਜ਼ਬੂਤ ਹੋਇਆ। ਦੇਸ਼ ਇਸ ਮੋਰਚੇ ਦੇ ਨਾਲ ਹੋਰ ਵੀ ਤਰੱਕੀ ਜਿਹੜੀ ਹੈ ਕਿ ਅੱਗੇ ਵਧੂਗਾ। ਇਹ
ਸੋ ਜਿੱਦਾਂ ਖੇਤੀ ਕਾਨੂੰਨਾਂ ਦਾ ਹੁਣ ਵਿਰੋਧ ਹੋ ਰਿਹਾ ਖੇਤੀ ਕਾਨੂੰਨਾਂ ਦੇ ਲਈ, ਉਸੇ ਤਰ੍ਹਾਂ ਸੀਏ ਦਾ ਵਿਰੋਧ ਜਿੱਦਾਂ ਤੁਸੀਂ ਆਪਣੀ ਉਸ ਦੇ ਵਿੱਚ ਵੀ ਜ਼ਿਕਰ ਕੀਤਾ ਹੈ, ਗੱਲਬਾਤ ਦੇ ਦੌਰਾਨ ਵੀ ਜ਼ਿਕਰ ਕੀਤਾ ਹੈ। ਤੇ ਜਦੋਂ ਅਫਗਾਨਿਸਤਾਨ ਦੇ ਜੋ ਹਾਲਾਤ ਬਣੇ ਨੇ ਇਸ ਵੇਲੇ, ਤਾਲਿਬਾਨ ਦਾ ਜਦੋਂ ਹਮਲਾ ਹੁੰਦਾ ਹੈ ਅਫਗਾਨਿਸਤਾਨ ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਅਫਗਾਨੀ ਲੋਕ ਜਿਹੜੇ ਨੇ ਉਹ ਭਾਰਤ ਵੀ ਆ ਰਹੇ ਨੇ, ਜਿਸ ਤੋਂ ਬਾਅਦ ਮੈਂ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਦੀ ਸਟੇਟਮੈਂਟ ਸੁਣੀ। ਉਹ ਕਹਿੰਦੇ ਅੱਜ ਤੁਹਾਨੂੰ ਪਤਾ ਲੱਗ ਗਿਆ ਹੋਏਗਾ ਕਿ ਸੀਏਏ ਕਿਉਂ ਜ਼ਰੂਰੀ ਸੀ, ਯਾਨੀ ਕਿ ਉਹਨਾਂ ਨੇ ਸੀਏਏ ਦਾ ਸਮਰਥਨ ਕੀਤਾ ਤੇ ਇਨਡਾਇਰੈਕਟਲੀ ਉਹਨਾਂ ਨੇ ਖੇਤੀ ਕਾਨੂੰਨਾਂ ਨੂੰ ਵੀ ਕਿਹਾ ਕਿ ਆਉਂਦੇ ਦਿਨਾਂ 'ਚ ਖੇਤੀ ਕਾਨੂੰਨਾਂ ਦਾ ਵੀ ਪਤਾ ਲੱਗ ਜਾਏਗਾ ਕਿ ਕਿਸ ਤਰੀਕੇ ਨਾਲ ਲਾਹੇਵੰਦ ਨੇ। ਦੇਖੋ, ਜਿਹੜਾ ਅਫਗਾਨਿਸਤਾਨ ਦੀ ਘਟਨਾ ਹੈ, ਅਫਗਾਨਿਸਤਾਨ ਦੇ ਪਹਿਲਾਂ ਤਾਂ ਅਮਰੀਕਾ ਦੀ ਵੱਡੀ ਹਾਰ ਹੋਈ ਹੈ ਉੱਥੇ। ਉਹਨਾਂ ਨੇ ਇਸ ਤੋਂ ਪਹਿਲਾਂ ਵੀ ਜਿਹੜਾ ਨਜੀਬੁੱਲਾ ਉੱਥੇ ਹੁੰਦਾ ਸੀ ਰਾਸ਼ਟਰਪਤੀ, ਉਹਨੂੰ ਮਤਲਬ ਵੀ ਉਹਦਾ ਫਾਂਸੀ ਲਾਈ, ਉਹਨੂੰ ਉਹ ਕੀਤਾ। ਇਹ ਜਿਹੜਾ ਹੈਗਾ ਉੱਥੇ ਦੇ ਤਾਲਿਬਾਨ ਜਿਹੜੇ ਹੈਗੇ ਨੇ, ਤਾਲਿਬਾਨਾਂ ਦਾ ਜਿਹੜਾ ਨਿਸ਼ਾਨਾ ਹੈ ਵੀ ਜਸਟ ਲਾਈਕ ਬੀਜੇਪੀ, ਉਹ ਬੀਜੇਪੀ ਵਰਗੀ ਨੇ। ਔਰ ਜਿਹੜਾ ਹਰਦੀਪ ਪੁਰੀ ਨੂੰ ਤੇ ਇਹ ਜਿਹੜੀ ਇੱਕ ਮਤਲਬ ਵੀ ਇੰਟਰਨੈਸ਼ਨਲ ਸਾਰੀਆਂ ਉਹਨਾਂ ਦਾ ਕਾਨੂੰਨ ਬਣਿਆ ਹੋਇਆ, ਉਸ ਕਾਨੂੰਨ ਦੇ ਅਧੀਨ ਜਿਹੜੇ ਸ਼ਰਨਾਰਥੀ ਬਾਹਰੋਂ ਆਉਂਦੇ ਨੇ ਉਹਨਾਂ ਨੂੰ ਜਿਹੜਾ ਕਿ ਸ਼ਰਨ ਦੇਣੀਓ ਹੀ ਬਣਦੀ ਹੈ। ਜੇਕਰ ਇਹਨਾਂ 'ਚ ਬਲ ਹੁੰਦਾ ਤਾਂ ਸ਼ਾਇਦ ਉਹ ਕਾਨੂੰਨ ਨੂੰ ਬਦਲ ਕੇ ਅਫਗਾਨਿਸਤਾਨੀਆਂ ਨੂੰ ਧੱਕ ਦਿੰਦੇ ਵੀ ਸਾਡੇ ਨਾ ਹਿੰਦੁਸਤਾਨ 'ਚ ਵੜਿਓ। ਇਸ ਲਈ ਹਰਦੀਪ ਪੁਰੀ ਨੂੰ ਤਾਂ ਆਪ ਨਹੀਂ ਪਤਾ ਵੀ ਕਿਆ ਹੋਣ ਵਾਲਾ ਹੈਗੇ। ਸੋ ਇਸ ਕਰਕੇ ਜਿਹੜਾ ਹੈਗੇ ਉਸ ਨੂੰ ਹਲੇ ਕਾਨੂੰਨ ਦੇ ਦਾਇਰੇ 'ਚ ਹੀ ਰਹਿ ਕੇ ਉਹਨਾਂ ਜਿਹੜੇ ਅਫਗਾਨਿਸਤਾਨੀ ਨੇ ਉਹ ਦੂਸਰੇ ਦੇਸ਼ਾਂ ਜਾ ਰਹੇ ਨੇ। ਉਹ ਉਸ ਇੰਟਰਨੈਸ਼ਨਲ ਜਿਹੜਾ ਹੈਗਾ ਉਸ ਦਾ ਪ੍ਰੈਸ਼ਰ ਵੀ ਹੈ, ਨਹੀਂ ਤਾਂ ਜੇ ਇਹਨਾਂ ਦਾ ਬਸ ਚੱਲਦਾ ਤਾਂ ਲਾਜ਼ਮੀ ਤੌਰ ਤੇ ਅਫਗਾਨਿਸਤਾਨੀਆਂ ਨੇ ਹਿੰਦੁਸਤਾਨ 'ਚ ਪੈਰ ਧਰਨਾ ਹੁੰਦਾ। ਇੱਕ ਦੌਰ ਸੀਗਾ ਜਦੋਂ ਦੇਸ਼ ਦੇ ਵਿੱਚ ਖਾਸ ਤੌਰ ਤੇ ਜੇ ਮੈਂ ਪੰਜਾਬ ਦੀ ਗੱਲ ਕਰਾਂ ਤਾਂ ਪੰਜਾਬ ਦੇ ਕੁਝ ਜਿਹੜੇ ਵਿਧਾਨ ਸਭਾ ਹਲਕੇ ਨੇ ਉਹਨਾਂ ਦੇ ਉੱਤੇ ਸੀਪੀਆਈ ਦਾ ਕਬਜ਼ਾ ਰਿਹਾ ਹੈ ਤੇ ਸੀਪੀਆਈ ਨੂੰ ਕਿਸ ਤਰੀਕੇ ਦੇ ਨਾਲ ਲਾਂਭੇ ਕੀਤਾ ਗਿਆ ਉਹ ਵੀ ਜੱਗ ਜ਼ਾਹਿਰ ਹੈ। ਆਖਿਰਕਾਰ ਸੀਪੀਆਈ ਦੇ ਨਾਲ ਜਾਂ ਖੱਬੇ ਪੱਖੀਆਂ ਦੇ ਨਾਲ ਕਿਉਂ ਜਿਹੜਾ ਵਿਰੋਧ ਹੈ ਸਰਕਾਰਾਂ ਦਾ ਹੁੰਦਾ ਰਿਹਾ, ਕਿਉਂ ਖੱਬੇ ਪੱਖੀਆਂ ਦੇ ਨਾਲ ਮੱਥਾ ਹਮੇਸ਼ਾ ਲੱਗਦਾ ਰਿਹਾ? ਖੱਬੇ ਪੱਖੀਆਂ ਦਾ ਇੱਕ ਰੋਲ ਉਗੜਮਾ ਰਿਹਾ ਹੈ। ਉਹਨਾਂ ਨੇ ਲੋਕਾਂ ਦੇ ਹੱਕਾਂ ਹਿੱਤਾਂ 'ਚ ਖੜਨਾ ਹੀ ਖੜਨਾ। ਜਿਹੜੀਆਂ ਸਰਕਾਰਾਂ ਉਹ ਬੁਰਜੂਆ ਤੌਰ ਤੇ ਹੀ ਆਉਂਦੀਆਂ, ਚਾਹੇ ਕਿਸੇ ਵੀ ਪਾਰਟੀ ਦੀ ਆਈ ਹੋਵੇ, ਉਹ ਬੁਰਜੂਆ ਸਰਕਾਰ ਹੀ ਆਉਂਦੀ ਹੈ, ਉਹ ਪੂੰਜੀਪਤੀ ਨੀਤੀਆਂ ਲਾਗੂ ਕਰਦੀ ਹੈ। ਖੱਬੀਆਂ ਪਾਰਟੀਆਂ ਨੇ ਉਹਨਾਂ ਦੇ ਖਿਲਾਫ ਲੜਨਾ ਹੀ ਲੜਨਾ ਹੁੰਦਾ ਹੈ, ਚਾਹੇ ਕਈ ਵਾਰੀ ਵਕਤੀ ਤੌਰ ਤੇ ਕਿਸੇ ਜ਼ਿਆਦਾ ਮਾੜੀ ਧਿਰ ਨੂੰ ਜਿਵੇਂ ਬੀਜੇਪੀ ਨੂੰ ਹਰਾਉਣ ਵਾਸਤੇ ਕਾਂਗਰਸ ਨੂੰ ਵੀ ਜਿੰਦਾ ਰੱਖਣਾ ਪਏ ਸਾਨੂੰ, ਪਰ ਮੁੱਖ ਤੌਰ ਤੇ ਪੈਰ ਕਾਂਗਰਸ ਦੇ ਪੰਜਾਬ 'ਚੋਂ ਵੀ ਅਸੀਂ ਖੇਡੇ ਥੇ, ਸੈਂਟਰ 'ਚੋਂ ਵੀ ਅਸੀਂ ਖੇਡੇ ਤੇ, ਉਹਨਾਂ ਦੀ ਵਿਚਾਰ ਦੀ ਤੂੜੀ ਸੀ। ਇਹ ਸਾਨੂੰ ਸਾਰਿਆਂ ਨੂੰ ਯਾਦ ਹੈ। ਖੇਤੀ ਕਾਨੂੰਨਾਂ ਦਾ ਵਿਰੋਧ ਤੇ ਜਿਸ ਤਰੀਕੇ ਹੈ ਹੀ ਹੈ ਤੇ ਉਸ ਦੇ ਨਾਲ ਇਸ਼ੂ ਕਿਸਾਨੀ ਦੇ ਹੋਰ ਵੀ ਬਹੁਤ ਨੇ, ਕਿਉਂਕਿ ਕਿਸਾਨਾਂ ਦੀਆਂ ਜ਼ਮੀਨਾਂ ਵੀ ਜਿਹੜੀਆਂ ਨੇ ਐਕਵਾਇਰ ਕੀਤੀਆਂ ਜਾਂਦੀਆਂ ਰਹੀਆਂ ਨੇ, ਮੁਆਵਜ਼ਾ ਉਹਨਾਂ ਨੂੰ ਦਿੱਤਾ ਨਹੀਂ ਗਿਆ, ਭਾਵੇਂ ਉਹ ਰੇਲਵੇ ਟਰੈਕ ਕੱਢੇ ਗਏ ਹੋਣ ਜ਼ਮੀਨਾਂ ਦੇ ਹਿੱਕ ਪਾੜ ਕੇ, ਭਾਵੇਂ ਨੈਸ਼ਨਲ ਹਾਈਵੇਜ਼ ਕੱਢੇ ਗਏ ਹੋਣ। ਇਹ ਵੀ ਇੱਕ ਬਹੁਤ ਵੱਡਾ ਮੁੱਦਾ ਹੈ, ਇਸ ਨੂੰ ਲੈ ਕੇ ਵੀ ਬਹੁਤ ਵੱਡਾ ਜਿਹੜਾ ਪ੍ਰਦਰਸ਼ਨ ਹੈ ਹੁੰਦਾ ਰਿਹਾ। ਜਿਹੜਾ ਇਹ ਅੱਜ ਇਕੱਠ ਹੋਇਆ ਮੈਡਮ, ਇਹ ਵੀ ਇੱਕ ਰੋਡ ਸੰਘਰਸ਼ ਕਮੇਟੀ ਬਚਾਓ ਦਾ ਹੀ ਸੱਦਾ ਹੈ। ਇਹ ਜਿਹੜੀਆਂ ਸਾਡੇ ਪਿੰਡਾਂ 'ਚ ਨੂੰ ਇੱਕ ਨਵੀਆਂ ਰੋਡਾਂ ਕੱਢ ਰਹੇ ਹੈ ਉਹਨਾਂ ਦੇ ਸੰਬੰਧ 'ਚ ਹੋ ਰਿਹਾ ਹੈ। ਤੇ ਜਿੱਥੇ ਤਾਂ ਜ਼ਮੀਨਾਂ ਹੈਗੀਆਂ ਉਹਨਾਂ ਦੇ ਲੈਂਡ ਮਾਫੀਆ ਦੀਆਂ, ਸਰਕਾਰ ਦੇ ਜਾਂ ਲੀਡਰਾਂ ਦੇ, ਉਹਨਾਂ ਦੇ ਤਾਂ ਰੇਟ ਹੈਗੇ ਆ ਜੀ ਕਰੋੜਾਂ 'ਚ, ਜਿਹੜੇ ਮਤਲਬ ਲੇਮੈਨ ਗਰੀਬ ਬੰਦਿਆਂ ਦੇ ਆ ਉਹਨਾਂ ਦੀਆਂ ਲੱਖਾਂ 'ਚ ਆ ਜੀ। ਤੇ ਇਹਦੇ ਉੱਚੇ ਹੀ ਇੱਕ ਸੰਯੁਕਤ ਮੋਰਚਾ ਨੇ ਨਾਲ ਇੱਕ ਕਮੇਟੀ ਬਣਾ ਕੇ ਇਹਦੇ ਲੜਾਈ ਲੜ ਰਹੇ ਆ। ਅੱਜ ਇਹਦੇ ਸਮਰਥਨ 'ਚ ਸੰਘਰਸ਼ ਹੋ ਰਿਹਾ ਇੱਥੇ ਵੀ ਆਪਣੀਆਂ ਸੜਕਾਂ ਦਾ ਬਚਾਉਣਾ, ਜੋ ਵੀ ਹੈ ਜ਼ਮੀਨ ਦਾ ਬਚਾਉਣਾ ਜਾਂ ਰੇਟ ਸਾਡੇ ਵਧੀਆ ਲੱਗਣ, ਉਹਦੇ ਹੀ ਤਹਿਤ ਹੋ ਰਿਹਾ ਹੈ। ਸਰ, ਜਾਂਦੇ ਜਾਂਦੇ ਪੁੱਛਣਾ ਚਾਹਾਂਗੇ ਕਿ 9 ਮਹੀਨੇ ਦਾ ਪੈਂਡਾ ਤੈਅ ਕੀਤਾ ਤੇ ਹਾਲੇ ਵੀ ਇਹ ਪੈਂਡਾ ਮੁੱਕਿਆ ਨਹੀਂ ਹੈ, ਮੰਜ਼ਿਲ ਨਹੀਂ ਮਿਲੀ, ਚੱਲਣਾ ਬਰਕਰਾਰ ਹੈ, ਰੁਕੇ ਨਹੀਂ ਆ। ਤੇ ਸੁਨੇਹਾ ਕੀ ਦੇਣਾ ਚਾਹੋਗੇ ਜਵਾਨਾਂ ਨੂੰ, ਕਿਸਾਨੀ ਸੰਘਰਸ਼ ਦੇ ਵਿੱਚ ਬੈਠੇ ਹੋਏ ਲੋਕਾਂ ਨੂੰ, ਤੇ ਜਿਹੜੇ ਲੋਕ ਕਿਸਾਨੀ ਸੰਘਰਸ਼ ਦੇ ਉੱਤੇ ਉਂਗਲਾਂ ਚੁੱਕ ਰਹੇ ਨੇ ਉਹਨਾਂ ਨੂੰ? ਜਿਹੜੇ ਕਿਸਾਨ 9 ਮਹੀਨੇ 9.5 ਮਹੀਨੇ ਤੋਂ ਉੱਥੇ ਬੈਠੇ ਨੇ ਔਰ ਬੜੀ ਦ੍ਰਿੜਤਾ ਦੇ ਨਾਲ ਸੰਘਰਸ਼ ਨੂੰ ਅੱਗੇ ਤੋਰ ਰਹੇ ਨੇ, ਲੜ ਰਹੇ ਨੇ, ਮੈਂ ਇਹਦੇ ਤੇ ਉਹਨਾਂ ਨੂੰ ਵਧਾਈ ਦਿੰਦਾ। ਇੱਕ ਤਾਂ ਜਿਹੜੇ ਉੱਥੇ ਆਪਣਾ ਸਾਰਾ ਕਾਰੋਬਾਰ ਛੱਡ ਕੇ ਆਪਣਾ ਉੱਥੇ ਬੈਠੇ ਨੇ ਦਿੱਲੀ ਦੀਆਂ ਬਰੂਹਾਂ ਦੇ, ਔਰ ਨਾਲ ਮੈਂ ਇਹ ਸੰਦੇਸ਼ ਦੇਣਾ ਚਾਹੁੰਦਾ ਕਿ ਜਿਹੜੇ ਸਾਥੀ ਘਰਾਂ 'ਚ ਵੀ ਬੈਠੇ ਨੇ ਉਹ ਵੀ ਆਪਣਾ ਕਾਰੋਬਾਰ ਛੱਡ ਕੇ ਆਪਣੇ ਕੰਮਾਂ ਨੂੰ ਸੰਤੋਖ ਕੇ ਲਾਜ਼ਮੀ ਤੌਰ ਤੇ ਉਹਦੇ ਵਿੱਚ ਸ਼ਾਮਲ ਹੋਣ। ਔਰ ਜਿਹੜੇ ਉਂਗਲਾਂ ਚੱਕਦੇ ਨੇ ਉਹਨਾਂ ਲਈ ਮੈਂ ਕਹਿਣਾ ਚਾਹੁੰਦਾ ਕਿ ਕਹਿਣਾ ਬੜਾ ਸਖਾਲਾ ਹੁੰਦਾ, ਕਰਨਾ ਬਹੁਤ ਔਖਾ ਹੁੰਦਾ। ਆਈ 2022 ਉਂਗਲ ਚੱਕਣ ਵਾਲੇ ਨੂੰ ਉਸ ਦਾ ਸਾਹਮਣਾ ਆਪ ਹੀ ਕਰਨਾ ਪਏਗਾ।
ਸੋ ਵੇਖਿਆ ਕਿ ਸ਼ਾਇਰਾਨਾ ਅੰਦਾਜ਼ ਦੇ ਵਿੱਚ ਜਵਾਬ ਮਿਲ ਗਿਆ ਹੈ। ਕਿਸਾਨੀ ਸੰਘਰਸ਼ ਦਾ ਵਿਰੋਧ ਕਰਨ ਵਾਲਿਆਂ ਨੂੰ ਵੀ ਤੇ ਸਮਰਥਨ ਕਰਨ ਵਾਲਿਆਂ ਦਾ ਧੰਨਵਾਦ ਵੀ ਜਿਹੜਾ ਹੈ ਕੀਤਾ ਜਾ ਰਿਹਾ ਹੈ। ਬਾਕਾਇਦਾ ਨਤੀਜੇ ਜ਼ਰੂਰ ਇੱਕ ਨਾ ਇੱਕ ਦਿਨ ਸਾਹਮਣੇ ਆਉਣਗੇ। ਮੰਗ ਜਿਹੜੀ ਹੈ ਬਰਕਰਾਰ ਹੈ ਕਿ ਖੇਤੀ ਕਾਨੂੰਨ ਹਰ ਹੀਲੇ ਰੱਦ ਹੋਣ। ਮਸਲਾ ਸਿਰਫ ਖੇਤੀ ਕਾਨੂੰਨਾਂ ਦਾ ਹੀ ਨਹੀਂ ਹੈ, ਬਲਕਿ ਕਿਸਾਨਾਂ ਦੀਆਂ ਜ਼ਮੀਨਾਂ ਜਿਹੜੀਆਂ ਨੇ ਉਹ ਵੀ ਬਹੁਤ ਵਾਰ ਬਰਬਾਦ ਹੋਈਆਂ ਨੇ, ਬਹੁਤ ਵਾਰ ਬੰਜਰ ਹੋਈਆਂ ਨੇ, ਬਹੁਤ ਵਾਰ ਉਹਨਾਂ ਨੂੰ ਬੇਜ਼ਮੀਨੇ ਕੀਤਾ ਗਿਆ ਹੈ। ਜ਼ਮੀਨਾਂ ਐਕਵਾਇਰ ਦੇ ਨਾਮ ਤੇ ਨਾ ਮਾਮੂਲੀ ਜਿਹੜਾ ਮੁਆਵਜ਼ਾ ਉਹਨਾਂ ਨੂੰ ਦੇ ਕੇ ਭਰਮਾਇਆ ਗਿਆ ਹੈ ਔਰ ਉਸ ਦੇ ਲਈ ਵੀ ਜਿਹੜਾ ਪ੍ਰਦਰਸ਼ਨ ਹੈ ਹੁਣ ਖੜਾ ਹੋ ਗਿਆ ਹੈ। ਕਿਸਾਨੀ ਸੰਘਰਸ਼ ਦੀਆਂ ਤਸਵੀਰਾਂ ਲਗਾਤਾਰ ਤੁਹਾਨੂੰ ਵਿਖਾਉਂਦੇ ਰਹਾਂਗੇ। ਵੱਖ-ਵੱਖ ਮੁੱਦਿਆਂ ਦੇ ਨਾਲ ਵੀ ਲੈ ਕੇ ਤੁਹਾਡੇ ਰੂਬਰੂ ਹੁੰਨੇ ਆ ਤੇ ਵੇਖਦੇ ਰਹੋ ਪੰਜਾਬ ਸਟਾਰ ਟੀਵੀ। ਧੰਨਵਾਦ।